ਭਾਸ਼ਾ ਤੇ ਲਿਪੀ ਮਨੁੱਖੀ ਅਨੁਭਵ ਦੇ ਵਿਕਾਸ ਦੀਆਂ ਅਜਿਹੀਆਂ ਲੱਭਤਾਂ ਹਨ ਜਿਨ੍ਹਾਂ ਦੇ ਬਿਨਾਂ ਮਨੁੱਖੀ ਵਿਕਾਸ ਸੰਭਵ ਨਹੀਂ ਸੀ। ਮਨੁੱਖੀ ਵਿਕਾਸ ਦੇ ਵਿੱਚ ਭਾਸ਼ਾ ਦਾ ਮਹੱਤਵਪੂਰਨ ਯੋਗਦਾਨ ਹੈ ਤੇ ਭਾਸ਼ਾ ਦੇ ਵਿਕਾਸ ਦੇ ਵਿੱਚ ਲਿਪੀ ਦਾ। ਜੇਕਰ ਲਿਪੀ ਨਾ ਹੁੰਦੀ ਤਾਂ ਸੰਭਵ ਸੀ ਕਿ ਭਾਸ਼ਾ ਆਪਣੇ ਮੁੱਢਲੇ ਪੜਾਵਾਂ ਤੋਂ ਅੱਗੇ ਨਹੀਂ ਸੀ ਵੱਧ ਸਕਦੀ। ਅੱਜ ਗਿਆਨ, ਵਿਗਿਆਨ, ਤਕਨੋਲੋਜੀ ਤੇ ਕੰਪਿਊਟਰੀ ਯੁੱਗ ਵਿੱਚ ਭਾਵੇਂ ਨਵੀਆਂ ਲੱਭਤਾਂ ਨੇ ਆਵਾਜ਼ ਨੂੰ ਸਥਾਈ ਰੂਪ ਦੇਣ ਦੇ ਨਵੇਂ ਸਾਧਨ ਵੀ ਬਣਾ ਲਏ ਹਨ, ਪਰ ਲਿਪੀ ਦੀ ਤਾਕਤ ਅਤੇ ਵਿਆਪਕਤਾ ਦੇ ਮੁਕਾਬਲੇ ਇਹ ਅਜੇ ਬਹੁਤ ਤੁੱਛ ਹਨ। ਮਨੁੱਖੀ ਵਿਕਾਸ ਦੇ ਇਤਿਹਾਸ ਵਿੱਚ ਜਿੰਨਾ ਹਿੱਸਾ ਭਾਸ਼ਾ ਨੇ ਪਾਇਆ ਹੈ ਉਸ ਤੋਂ ਕਿਤੇ ਵੱਧ ਲਿਪੀ ਦਾ ਵੀ ਹੈ। ਲਿਪੀ ਦਾ ਵਿਕਾਸ ਤੇ ਨਿਕਾਸ ਕਿਹੜਾ ਮੁੱਢਲੇ ਦੌਰ ਦੇ ਵਿੱਚੋਂ ਦੀ ਗੁਜ਼ਰਦਾ ਹੋਇਆ ਸਾਡੇ ਸਮਕਾਲ ਤੱਕ ਅਪੜਿਆ ਆਪਣੇ ਆਪ ਦੇ ਵਿੱਚ ਖੋਜ ਲਈ ਇਹ ਇੱਕ ਮਹੱਤਵਪੂਰਨ ਵਿਸ਼ਾ ਹੈ। ਅੱਜ ਅਸੀਂ ਲਿਪੀ ਦੇ ਇਸ ਨਿਕਾਸ ਤੇ ਵਿਕਾਸ ਦੇ ਸੰਦਰਭ ਵਿੱਚ ਗੱਲਬਾਤ ਕਰਾਂਗੇ। ਲਿਪੀ ਦੇ ਵਿਕਾਸ ਬਾਰੇ ਵੱਖ-ਵੱਖ ਧਰਮਾਂ, ਕੌਮਾਂ ਤੇ ਨਸਲਾਂ ਵਿੱਚ ਆਪੋ ਆਪਣੇ ਵਿਸ਼ਵਾਸ ਜਿਹੜੇ ਆ ਉਹ ਪ੍ਰਚਲਿਤ ਰਹੇ ਆ। ਯਹੂਦੀਆਂ ਦਾ ਯਕੀਨ ਸੀ ਕਿ ਉਹਨਾਂ ਦੀ ਲਿਪੀ ਖੁਦ ਮੂਸਾ ਨੇ ਉਹਨਾਂ ਨੂੰ ਲਿਖਣੀ ਦੱਸੀ ਸੀ। ਮਿਸਰ ਦੇ ਵਾਸੀ ਇਹ ਮੰਨਦੇ ਆ ਕਿ ਉਹਨਾਂ ਦੀ ਲਿਪੀ ਦੇਵਤੇ ਦੁਆਰਾ ਰਚੀ ਗਈ ਸੀ। ਯੂਨਾਨੀ ਲੋਕਾਂ ਦਾ ਵਿਸ਼ਵਾਸ ਹੈ ਕਿ ਲਿਪੀ ਕੈਡਮਸ ਦੇਵਤੇ ਨੇ ਬਣਾਈ ਸੀ ਤੇ ਹਿੰਦੁਸਤਾਨੀ ਲੋਕ ਆਪਣੀ ਸਭ ਤੋਂ ਪੁਰਾਣੀ ਲਿਪੀ ਨੂੰ ਬ੍ਰਹਮਾ ਦੀ ਕਿਰਤ ਦੱਸਦੇ ਹਨ। ਸ਼ਾਇਦ ਇਸ ਕਰਕੇ ਇਸ ਦਾ ਨਾਮਕਰਨ ਕਰਨ ਲੱਗਿਆਂ ਵੀ ਭਾਰਤ ਦੀ ਸਭ ਤੋਂ ਪੁਰਾਤਨ ਲਿਪੀ ਨੂੰ ਬ੍ਰਹਮੀ ਲਿਪੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਧਾਰਮਿਕ ਵਿਸ਼ਵਾਸ ਭਾਵੇਂ ਕੁਝ ਵੀ ਰਹੇ ਹੋਣ, ਪਰ ਹੁਣ ਤੱਕ ਲਿਪੀ ਦੇ ਸੰਬੰਧ ਵਿੱਚ ਜੋ ਜਾਣਕਾਰੀ ਸਾਨੂੰ ਹਾਸਲ ਹੁੰਦੀ ਹੈ ਉਸ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ 4000 BC ਦੇ ਮੱਧ ਤੱਕ ਲਿਖਣ ਦੀ ਕਿਸੇ ਵੀ ਵਿਧੀ ਦਾ ਵਿਕਾਸ ਨਹੀਂ ਸੀ ਹੋਇਆ। ਭਾਸ਼ਾ ਚਿੰਤਕਾਂ ਦਾ ਖਿਆਲ ਹੈ ਕਿ ਲਿਖਣ ਦੇ ਸਭ ਤੋਂ ਪੁਰਾਣੇ ਯਤਨ 10,000 BC ਤੋਂ ਕੁਝ ਸਮਾਂ ਪਹਿਲਾਂ ਸ਼ੁਰੂ ਹੋਏ ਸਨ। ਇਉਂ 10,000 BC ਤੋਂ ਲੈ ਕੇ 4000 BC ਦੇ ਵਿਚਕਾਰਲੇ ਵਰ੍ਹਿਆਂ ਦੌਰਾਨ ਸਹਿਜੇ ਲਿਪੀ ਦਾ ਵਿਕਾਸ ਹੋਇਆ ਹੋਵੇਗਾ ਇਹ ਮੰਨਿਆ ਜਾਂਦਾ ਹੈ। ਵਿਦਵਾਨਾਂ ਨੇ ਲਿਪੀ ਦੇ ਵਿਕਾਸ ਪੜਾਵਾਂ ਨੂੰ 6 ਭਾਗਾਂ ਦੇ ਵਿੱਚ ਵੰਡਿਆ, ਜਿਨ੍ਹਾਂ ਦਾ ਵਿਸਥਾਰ ਅਸੀਂ ਅੱਗੇ ਦਿੰਦੇ ਹਾਂ। ਲਿਪੀ ਦੇ ਨਿਕਾਸ ਦਾ ਸਭ ਤੋਂ ਪਹਿਲਾ ਤੇ ਮੁੱਢਲਾ ਪੜਾਅ ਸੂਤਰ ਲਿਪੀ ਜਾਂ ਗੰਢ ਲਿਪੀ ਨੂੰ ਮੰਨਿਆ ਜਾਂਦਾ ਹੈ। ਆਮ ਕਰਕੇ ਕਿਹਾ ਜਾਂਦਾ ਹੈ, ਜਿਵੇਂ ਪੰਜਾਬੀ ਵਿੱਚ ਵੀ ਅਸੀਂ ਆਮ ਕਹਿ ਲੈਂਦੇ ਹਾਂ ਕਿ ਮੇਰੀ ਗੱਲ ਪੱਲੇ ਬੰਨ੍ਹ ਲੈ। ਗੰਢ ਬੰਨ੍ਹਣ ਤੋਂ ਭਾਵ ਕਿਸੇ ਨੂੰ ਯਾਦ ਰੱਖਣਾ ਹੈ। ਯਾਦ ਰੱਖਣ ਲਈ ਇਸ ਦੀ ਵਰਤੋਂ ਅੱਜ ਵੀ ਕੀਤੀ ਜਾਂਦੀ ਹੈ। ਵਰੇ ਗੰਢ ਦੀ ਵੀ ਸ਼ਾਇਦ ਇਹੀ ਪਰੰਪਰਾ ਹੈ। ਪੁਰਾਣੇ ਵੇਲਿਆਂ ਵਿੱਚ ਸੂਤ, ਰੱਸੀ ਜਾਂ ਰੁੱਖਾਂ ਦੀਆਂ ਟਾਹਣੀਆਂ ਨੂੰ ਗੰਢ ਦਿੱਤੀ ਜਾਂਦੀ ਸੀ। ਸੂਤ ਨੂੰ ਗੰਢ ਦੇ ਕੇ ਭਾਵ ਪ੍ਰਗਟ ਕਰਨ ਦੀ ਪਰੰਪਰਾ ਬਹੁਤ ਪੁਰਾਣੀ ਹੈ। ਰੱਸੀ ਵਿੱਚ ਰੰਗ ਬਰੰਗੇ ਧਾਗੇ ਬੰਨ੍ਹ ਕੇ, ਰੱਸੀ ਜਾਂ ਧਾਗੇ ਵਿੱਚ ਮੋਤੀ, ਘੋਗੇ ਜਾਂ ਮਣਕੇ ਆਦਿ ਬੰਨ੍ਹ ਕੇ ਰੱਸੀ ਦੀਆਂ ਵਿਭਿੰਨ ਲੰਬਾਈਆਂ ਰਾਹੀਂ, ਮੋਟਾਈਆਂ ਰਾਹੀਂ, ਗੰਢਾਂ ਦੀ ਦੂਰੀ ਰਾਹੀਂ ਵੱਖਰੇ ਭਾਵ ਵਿਅਕਤ ਕੀਤੇ ਜਾਂਦੇ ਰਹੇ ਹੋਣਗੇ। ਯਾਦਾਸ਼ਤ ਲਈ ਗੰਢਾਂ ਦੇਣ ਦੀਆਂ ਵਿਧੀਆਂ ਦਾ ਰਿਵਾਜ ਅਨੇਕ ਦੇਸ਼ਾਂ ਵਿੱਚ ਰਿਹਾ ਹੈ। ਅੱਜ ਵੀ ਅਸੀਂ ਵਿਆਹ ਆਦਿ ਦੀ ਖੁਸ਼ੀ ਮੌਕਿਆਂ ਉੱਪਰ ਗੰਢਾਂ ਦਿੰਦੇ ਹਾਂ ਤੇ ਸ਼ਾਇਦ ਇਹੋ ਜਿਹੀਆਂ ਗੰਢਾਂ ਜਿਹੜੀਆਂ ਸਾਡੇ ਤੱਕ ਅੱਜ ਤੱਕ ਰਿਵਾਜ ਰੂਪ ਵਿੱਚ ਪ੍ਰਚਲਿਤ ਹੈ, ਸੰਭਵ ਹੈ ਕਿ ਲਿਪੀ ਆਪਣੇ ਮੁੱਢਲੇ ਰੂਪ ਦੇ ਵਿੱਚ, ਜਿਵੇਂ ਕਿ ਮੰਨਿਆ ਜਾਂਦਾ ਹੈ ਕਿ ਸੂਤ ਨੂੰ ਗੰਢ ਦੇ ਕੇ ਜਾਂ ਵੱਖ-ਵੱਖ ਤਰ੍ਹਾਂ ਦੀਆਂ ਗੰਢਾਂ ਦੇ ਕੇ ਇਹਨੂੰ ਯਾਦ ਰੱਖਿਆ ਜਾਂਦਾ ਹੁੰਦਾ ਸੀ। ਇੱਕ ਬਹੁਤ ਸੋਹਣੀ ਐਗਜ਼ਾਮਪਲ ਵੀ ਸਾਡੇ ਕੋਲ ਮੌਜੂਦ ਹੈ ਕਿ ਕਿਹਾ ਜਾਂਦਾ ਹੈ ਕਿ ਮਿਰਜ਼ਾ ਗਾਲਿਬ ਹੋਣੀ ਜਦੋਂ ਗਜ਼ਲ ਦੇ ਬਾਰੇ ਸੋਚ ਰਹੇ ਹੁੰਦੇ, ਜਾਂ ਇਹ ਕਹਿੰਦੇ ਨੇ ਕਿ ਜਦੋਂ ਉਹਨਾਂ ਨੂੰ ਗਜ਼ਲ ਦੀ ਆਮਦ ਹੁੰਦੀ ਸੀ ਤਾਂ ਉਹ ਉਹਨੂੰ ਕਾਗਜ਼ 'ਤੇ ਨਹੀਂ ਸੀ ਉਤਾਰਿਆ ਕਰਦੇ, ਉਹ ਆਪਣੇ ਮੋਢੇ 'ਤੇ ਰੱਖੇ ਪਰਨੇ ਦੇ ਵਿੱਚ ਗੰਢਾਂ ਦਿੰਦੇ ਜਾਂਦੇ। ਕਿਹਾ ਜਾਂਦਾ ਹੈ ਕਿ ਉਹ ਪਰਨਾ ਰਾਤ ਨੂੰ ਐਂ ਹੀ ਰੱਖ ਕੇ ਸੌਂ ਜਾਂਦੇ, ਸਵੇਰੇ ਉੱਠਦੇ ਤਾਂ ਇੱਕ ਗੰਢ ਖੋਲ੍ਹਦੇ ਜਾਂਦੇ ਤਾਂ ਨਾਲ ਦੀ ਨਾਲ ਗਜ਼ਲ ਦੇ ਸ਼ੇਅਰ ਜਿਹੜੇ ਸੀ ਲਿਖਦੇ ਜਾਂਦੇ। ਇਸ ਦੇ ਨਾਲ ਹੀ ਸਾਰੀਆਂ ਗੰਢਾਂ ਖੁੱਲ੍ਹ ਜਾਂਦੀਆਂ ਤਾਂ ਗਜ਼ਲ ਵੀ ਪੂਰੀ ਹੋ ਜਾਂਦੀ। ਸ਼ਾਇਦ ਕਿਸੇ ਚੀਜ਼ ਨੂੰ ਯਾਦ ਰੱਖਣ ਦਾ ਇਹ ਨਿਰਾਲਾ ਢੰਗ ਆਪਣੇ ਮੁੱਢਲੇ ਲਿਪੀ ਦੇ ਰੂਪਾਂ ਦੇ ਨਾਲ ਹੀ ਸਾਡੇ ਤੱਕ ਜਿਹੜਾ ਹੈ ਉਹ ਅਪੜਿਆ ਹੋ ਸਕਦਾ ਹੈ। ਲਿਪੀ ਦੇ ਵਿਕਾਸ ਦਾ ਅਗਲਾ ਪੜਾਅ ਚਿੱਤਰ ਲਿਪੀ ਨੂੰ ਮੰਨਿਆ ਜਾਂਦਾ ਹੈ।
ਲਿਪੀ ਦੀ ਉਤਪਤੀ ਭਾਵਾਂ ਨੂੰ ਚਿੱਤਰਬੱਧ ਕਰਨ ਤੋਂ ਕਲਪੀ ਜਾਂਦੀ ਹੈ। ਪ੍ਰਾਚੀਨ ਗੁਫਾਵਾਂ ਵਿੱਚੋਂ ਅਨੇਕਾਂ ਅਜਿਹੇ ਚਿੱਤਰ ਮਿਲੇ ਹਨ। ਸਭ ਤੋਂ ਵਧੇਰੇ ਚਿੱਤਰ ਸਪੇਨ ਦੀਆਂ ਗੁਫਾਵਾਂ ਵਿੱਚੋਂ ਮਿਲੇ ਹਨ। ਭਾਰਤ ਵਿੱਚ ਵੀ ਪੱਥਰ ਯੁੱਗ ਦੇ ਮਨੁੱਖ ਦੇ ਗੁਫਾ ਚਿੱਤਰ ਲੱਭੇ ਹਨ। ਚਿੱਤਰ ਲਿਪੀ ਲਿਖਣ ਕਲਾ ਦੇ ਇਤਿਹਾਸ ਦਾ ਦੂਜਾ ਪੜਾਅ ਹੈ। ਇਹਨਾਂ ਚਿੱਤਰਾਂ ਤੋਂ ਕਲਾ ਦਾ ਆਗਾਜ਼ ਵੀ ਹੁੰਦਾ ਹੈ। ਚਿੱਤਰ ਲਿਪੀ ਵਿੱਚ ਕਿਸੇ ਵਸਤੂ ਦਾ ਚਿੱਤਰ ਬਣਾ ਦਿੱਤਾ ਜਾਂਦਾ ਸੀ। ਅਰੀਜ਼ੋਨਾ ਅਮਰੀਕਾ ਦੀ ਚਿੱਤਰ ਲਿਪੀ ਸੰਸਾਰ ਦੀਆਂ ਪੁਰਾਤਨ ਲਿਪੀਆਂ ਵਿੱਚੋਂ ਇੱਕ ਹੈ। ਪੁਰਾਣੇ ਜ਼ਮਾਨੇ ਵਿੱਚ ਇਹ ਲਿਪੀ ਬੜੀ ਵਿਆਪਕ ਰਹੀ ਹੋਵੇਗੀ, ਇਸ ਲਈ ਇਸ ਲਿਪੀ ਨੂੰ ਇੱਕ ਤਰ੍ਹਾਂ ਦੀ ਅੰਤਰਰਾਸ਼ਟਰੀ ਲਿਪੀ ਮੰਨਿਆ ਜਾ ਸਕਦਾ ਹੈ, ਕਿਉਂਕਿ ਕਿਸੇ ਵੀ ਵਸਤੂ ਜੀਵ ਦੇ ਚਿੱਤਰ ਹਰ ਸਥਾਨ ਤੇ ਇੱਕੋ ਜਿਹੇ ਹੀ ਹੁੰਦੇ ਹੋਣਗੇ। ਉਸ ਨੂੰ ਵੇਖ ਕੇ ਸੰਸਾਰ ਦਾ ਕੋਈ ਵੀ ਆਦਮੀ ਸਮਝ ਸਕੇਗਾ, ਪਰ ਇਹ ਤਦ ਹੀ ਸੰਭਵ ਰਿਹਾ ਹੋਵੇਗਾ ਜਦ ਤੱਕ ਚਿੱਤਰ ਆਪਣੇ ਮੂਲ ਰੂਪ ਵਿੱਚ ਰਹੇ ਹੋਣਗੇ। ਹੌਲੀ ਹੌਲੀ ਚਿੱਤਰ ਲਿਪੀ ਪ੍ਰਤੀਕਾਤਮਕ ਹੋ ਗਈ ਹੋਵੇਗੀ। ਭਾਰਤੀ ਇਤਿਹਾਸ ਦੇ ਵਿੱਚ ਜਿਹੜੀਆਂ ਮਹਿੰਜੋ-ਦਾੜੋ ਤੇ ਹੜੱਪਾ ਦੇ ਵਿੱਚੋਂ ਖੁਦਾਈਆਂ ਕੀਤੀਆਂ ਗਈਆਂ, ਉਹਨਾਂ ਦੇ ਵਿੱਚੋਂ ਵੀ ਜਿਹੜੀ ਲਿਪੀ ਮਿਲੀ ਆ, ਉਹਦੇ ਬਾਰੇ ਵਿਦਵਾਨਾਂ ਦਾ ਵਿਚਾਰ ਆ ਕਿ ਇਹ ਚਿੱਤਰ ਲਿਪੀ ਦਾ ਹੀ ਇੱਕ ਰੂਪ ਹੈ। ਬੇਸ਼ੱਕ ਸਾਡੀ ਇਹ ਤਰਾਸਦੀ ਰਹੀ ਹੈ ਕਿ ਹਾਲੇ ਤੱਕ ਅਸੀਂ ਉਸ ਚਿੱਤਰ ਲਿਪੀ ਨੂੰ ਪੜ੍ਹਨ ਦੇ ਵਿੱਚ ਸਫਲਤਾ ਜਿਹੜੀ ਆ ਉਹ ਹਾਸਲ ਨਹੀਂ ਕਰ ਸਕੇ। ਲਿਪੀ ਦੇ ਵਿਕਾਸ ਦਾ ਤੀਸਰਾ ਪੜਾਅ ਪ੍ਰਤੀਕ ਜਾਂ ਚਿੰਨ੍ਹ ਲਿਪੀ ਨੂੰ ਮੰਨਿਆ ਜਾਂਦਾ ਹੈ। ਇਹ ਲਿਪੀ ਅਸਲ ਵਿੱਚ ਦੋ ਰੂਪਾਂ ਵਿੱਚ ਵਿਕਸਿਤ ਹੋਈ। ਇੱਕ ਤਾਂ ਕੁਝ ਪਦਾਰਥਾਂ ਜੀਵਾਂ ਨੂੰ ਪ੍ਰਤੀਕ ਰੂਪ ਵਿੱਚ ਵਰਤਿਆ ਗਿਆ, ਜਿਵੇਂ ਤਿੱਬਤੀ ਚੀਨੀ ਸੀਮਾ ਉੱਤੇ ਮੁਰਗੇ ਦਾ ਕਲੇਜਾ, ਉਸ ਦੀ ਚਰਬੀ ਦੇ 2-3 ਟੁਕੜੇ ਤੇ ਇੱਕ ਮਿਰਚ ਕਾਗਜ਼ ਵਿੱਚ ਲਪੇਟ ਕੇ ਭੇਜਣ ਦਾ ਮਤਲਬ ਇਹ ਰਿਹਾ ਹੈ ਕਿ ਲੜਾਈ ਲਈ ਤਿਆਰ ਹੋ ਜਾਓ। ਗਾਰਡ ਦੀ ਹਰੀ ਜਾਂ ਲਾਲ ਝੰਡੀ ਵੀ ਪ੍ਰਤੀਕ ਲਿਪੀ ਦਾ ਨਮੂਨਾ ਹੈ। ਇਸ ਲਿਪੀ ਦਾ ਦੂਜਾ ਰੂਪ ਸੰਖੇਪ ਚਿੰਨ੍ਹ ਹਨ। ਚਿੱਤਰਾਂ ਤੋਂ ਹੌਲੀ ਹੌਲੀ ਵੱਖ-ਵੱਖ ਭਾਵਾਂ ਲਈ ਵੱਖ-ਵੱਖ ਚਿੰਨ੍ਹ ਨਿਸ਼ਚਿਤ ਹੋ ਗਏ, ਜੋ ਚਿੱਤਰ ਲਿਪੀ ਵਾਂਗ ਹੀ ਖਿਆਲਾਂ ਦੇ ਹੀ ਪ੍ਰਤੀਨਿਧ ਸਨ। ਇਸ ਲਿਪੀ ਵਿੱਚ ਘਾਟਾ ਇਹ ਸੀ ਕਿ ਚਿੰਨ੍ਹ ਤਾਂ ਖਾਸ ਗਿਣਤੀ ਤੱਕ ਨਿਸ਼ਚਿਤ ਹੋ ਗਏ, ਪਰ ਭਾਵਾਂ ਨੂੰ ਇੱਕ ਅਰਥ ਵਿੱਚ ਨਹੀਂ ਸੀ ਲਿਆ ਜਾ ਸਕਦਾ। ਲਿਪੀ ਦਾ ਅਗਲਾ ਵਿਕਾਸ ਪੜਾਅ ਭਾਵ ਲਿਪੀ ਨਾਲ ਜੁੜਿਆ ਹੋਇਆ ਹੈ। ਇਹ ਲਿਪੀ ਵੀ ਚਿੱਤਰ ਲਿਪੀ ਦਾ ਹੀ ਵਿਕਸਿਤ ਰੂਪ ਹੈ। ਚਿੱਤਰ ਲਿਪੀ ਵਿੱਚ ਚਿੱਤਰ ਕੇਵਲ ਸਥੂਲ ਵਸਤੂਆਂ ਨੂੰ ਹੀ ਪੇਸ਼ ਕਰਦੇ ਸਨ, ਪਰ ਭਾਵ ਲਿਪੀ ਵਿੱਚ ਇਸ ਦੇ ਨਾਲ ਭਾਵਾਂ ਨੂੰ ਵੀ ਪ੍ਰਗਟਾਇਆ ਜਾਣ ਲੱਗਿਆ। ਚਿੱਤਰ ਲਿਪੀ ਵਿੱਚ ਪੈਰ ਦਾ ਚਿੱਤਰ ਕੇਵਲ ਪੈਰ ਵਾਸਤੇ ਸੀ, ਪਰ ਭਾਵ ਲਿਪੀ ਵਿੱਚ ਉਹ ਤੁਰਨ ਦੇ ਭਾਵ ਵੀ ਪ੍ਰਗਟ ਕਰਨ ਲੱਗ ਪਿਆ। ਇਸੇ ਤਰ੍ਹਾਂ ਅੱਖ ਦੇ ਚਿੱਤਰ ਨਾਲ ਹੰਝੂ, ਦੁੱਖ ਦੇ ਭਾਵ ਪੇਸ਼ ਕਰਨ ਲੱਗ ਪਿਆ ਸੀ। ਲਿਪੀ ਦਾ ਅਗਲਾ ਪੜਾਅ ਭਾਵ ਧੁਨੀ ਲਿਪੀ ਨੂੰ ਕਿਹਾ ਜਾ ਸਕਦਾ ਹੈ। ਲਿਪੀਆਂ ਦੇ ਕਈ ਚਿੰਨ੍ਹ ਇਹ ਅਨੁਮਾਨ ਲਗਾਉਣ ਲਈ ਮਜਬੂਰ ਕਰਦੇ ਹਨ ਕਿ ਇੱਕ ਅਜਿਹੀ ਲਿਪੀ ਵੀ ਪ੍ਰਚਲਿਤ ਰਹੀ ਹੈ ਜਿਸ ਵਿੱਚ ਕੁਝ ਗੁਣ ਧੁਨੀ ਲਿਪੀ ਦੇ ਸਨ ਤੇ ਕੁਝ ਗੁਣ ਭਾਵ ਲਿਪੀ ਦੇ। ਆਧੁਨਿਕ ਚੀਨੀ ਲਿਪੀ ਨੂੰ ਕੁਝ ਹੱਦ ਤੱਕ ਇਸ ਦੇ ਅੰਤਰਗਤ ਰੱਖਿਆ ਜਾ ਸਕਦਾ ਹੈ। ਦਰਅਸਲ ਇਹ ਸਕ੍ਰਾਂਤੀ ਕਾਲ ਦੀ ਲਿਪੀ ਹੋਵੇਗੀ, ਜਦੋਂ ਅਜੇ ਧੁਨੀ ਲਿਪੀ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਈ ਹੋਵੇਗੀ। ਇਉਂ ਭਾਵ ਲਿਪੀ ਦੇ ਸ਼ਬਦੀ ਤਸਵੀਰਾਂ ਦੀਆਂ ਅਕਸ਼ਾਂ ਨੂੰ ਕੁਝ ਕਾਂਟ ਛਾਂਟ ਕੇ ਛੋਟੇ ਕਰਕੇ ਹੀ ਧੁਨੀ ਲਿਪੀ ਵਜੂਦ ਵਿੱਚ ਆਈ ਹੋਵੇਗੀ। ਇਹ ਕੰਮ ਇੱਕ ਦਿਨ ਵਿੱਚ ਨਹੀਂ ਹੋਇਆ, ਸਗੋਂ ਸਦੀਆਂ ਵਿੱਚ ਮਨੁੱਖੀ ਬੁੱਧੀ ਨੇ ਇਹ ਸਫਲਤਾ ਹਾਸਲ ਕੀਤੀ ਹੋਵੇਗੀ। ਲਿਪੀ ਦਾ ਅਗਲਾ ਵਿਕਾਸ ਪੜਾਅ ਧੁਨੀ ਲਿਪੀ ਨੂੰ ਮੰਨਿਆ ਜਾਂਦਾ ਹੈ। ਚਿੱਤਰ ਲਿਪੀ ਦੀ ਚੜ੍ਹਦੀ ਕਲਾ ਦੇ ਸਮੇਂ ਵੱਖ-ਵੱਖ ਭਾਵਾਂ ਲਈ ਚਿੱਤਰ ਨਿਸ਼ਚਿਤ ਹੋ ਗਏ। ਫਿਰ ਹੌਲੀ-ਹੌਲੀ ਵੱਡੇ ਚਿੱਤਰਾਂ ਦੀ ਥਾਂ ਨਿੱਕੇ-ਨਿੱਕੇ ਚਿੱਤਰ ਸੰਕੇਤਾਂ ਨੇ ਲੈ ਲਏ। ਇਹਨਾਂ ਚਿੱਤਰ ਸੰਕੇਤਾਂ ਤੋਂ ਹੀ ਭਾਵ ਲਿਪੀ ਤੇ ਫਿਰ ਕਾਂਟ ਛਾਂਟ ਕਰਕੇ ਅੱਖਰ ਬਣਦੇ ਗਏ, ਜੋ ਕਿ ਭਾਵਾਂ ਦੀ ਥਾਂ ਕੇਵਲ ਧੁਨੀਆਂ ਦੀ ਹੀ ਪ੍ਰਤੀਨਿਧਤਾ ਕਰਨ ਲੱਗੇ। ਕਈ ਲਿਪੀਆਂ ਦੇ ਅੱਖਰ ਦੇ ਨਾਮਾਂ ਤੋਂ ਇਸੇ ਵਿਕਾਸ ਪੜਾਅ ਦੀ ਪੁਸ਼ਟੀ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਅੰਗਰੇਜ਼ੀ ABCD, ਯੂਨਾਨੀ ਲਿਪੀ ਅਲਫਾ, ਬੈਟਾ, ਗਾਮਾ ਤੇ ਡੈਲਟਾ ਤੋਂ ਬਣੀ ਹੈ। ਅੱਗੋਂ ਯੂਨਾਨੀ ਲਿਪੀ ਦਾ ਨਿਕਾਸ ਸਾਮੀ ਲਿਪੀ ਵਿੱਚੋਂ ਹੋਇਆ ਮੰਨਿਆ ਜਾਂਦਾ ਹੈ। ਅੱਖਰਾਂ ਦੇ ਇਹ ਨਾਮ ਅਲਫ, ਬੇਬ, ਗਿਲੈਲ ਤੇ ਦਾਮਸ ਦਾ ਹੀ ਬਦਲਵਾਂ ਰੂਪ ਕਹੇ ਜਾ ਸਕਦੇ ਹਨ। ਸਾਡੇ ਸਮਕਾਲ ਦੇ ਵਿੱਚ ਲਿਪੀ ਦਾ ਜਿਹੜਾ ਰੂਪ ਪ੍ਰਚਲਿਤ ਹੈ ਉਹ ਧੁਨੀ ਲਿਪੀ ਦਾ ਹੈ, ਤੇ ਧੁਨੀ ਲਿਪੀ ਨੂੰ ਅੱਗੇ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਉਹਨਾਂ ਦੇ ਵਿੱਚ ਪਹਿਲੀ ਹੈ ਅੱਖਰੀ ਭਾਵ ਕਿ ਸਿੰਬੋਲਿਕ ਹੈ,
ਦੂਸਰੀ ਹੈ ਵਰਨੀ, ਜਿਹਦੇ ਵਿੱਚ ਅਲਫਾਬੈਟਿਕ ਜਿਹੜੇ ਹੈ ਅਸੀਂ ਭਾਵ ਕਿ ਅੱਖਰ ਜਾਂ ਚਿੰਨ੍ਹ ਜਿਹੜੇ ਆ ਉਹਦੇ ਲਈ ਨਿਸ਼ਚਿਤ ਕਰ ਲੈਂਦੇ ਹਾਂ। ਜਦੋਂ ਕਿਸੇ ਵੀ ਭਾਸ਼ਾ ਵਿੱਚ ਅੱਖਰੀ ਸ਼ਬਦਾਂ ਦੀ ਗਿਣਤੀ ਵਧੇਰੇ ਹੋਵੇ ਤਾਂ ਉਸ ਨੂੰ ਅੱਖਰੀ ਲਿਪੀ ਆਖਦੇ ਹਨ, ਤੇ ਜਦੋਂ ਕਿਸੇ ਲਿਪੀ ਵਿੱਚ ਧੁਨੀ ਲਈ ਇੱਕ ਸੰਕੇਤ ਜਾਂ ਲਿਪੀ ਚਿੰਨ੍ਹ ਮੌਜੂਦ ਹੋਵੇ ਤਾਂ ਉਸ ਨੂੰ ਵਰਨੀ ਲਿਪੀ ਕਿਹਾ ਜਾਂਦਾ ਹੈ। ਵਰਨੀ ਜਾਂ ਵਰਣਾਤਮਕ ਲਿਪੀ ਦੇ ਵਿਕਾਸ ਦਾ ਅੱਜ ਦੀ ਦੌਰ ਤੱਕ ਪਹੁੰਚਦਿਆਂ ਸਿਖਰ ਕਿਹਾ ਜਾ ਸਕਦਾ ਹੈ। ਇਸ ਲਿਪੀ ਵਿੱਚ ਸੰਕੇਤਾਂ ਚਿੰਨ੍ਹਾਂ ਦੀ ਗਿਣਤੀ ਘੱਟ ਹੁੰਦੀ ਹੈ ਤੇ ਇਸ ਨੂੰ ਆਸਾਨੀ ਨਾਲ ਸਿੱਖਿਆ ਜਾ ਸਕਦਾ ਹੈ। ਵਿਦਵਾਨਾਂ ਨੇ ਸੰਸਾਰ ਦੀਆਂ ਪ੍ਰਮੁੱਖ ਲਿਪੀਆਂ ਨੂੰ ਦੋ ਮੁੱਖ ਵਰਗਾਂ ਵਿੱਚ ਵੰਡਿਆ ਹੈ। ਪਹਿਲੇ ਵਰਗ ਵਿੱਚ ਉਹਨਾਂ ਲਿਪੀਆਂ ਦਾ ਹੈ ਜਿਨ੍ਹਾਂ ਵਿੱਚ ਅੱਖਰ ਜਾਂ ਵਰਣ ਨਹੀਂ, ਜਿਵੇਂ ਕਿ ਚੀਨੀ ਲਿਪੀ ਵਿੱਚ। ਇੱਥੇ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਚੀਨੀ ਲਿਪੀ ਦੇ ਵਿੱਚ ਵਰਣ ਜਾਂ ਲਿਪੀ ਚਿੰਨ੍ਹ ਨਾ ਹੋ ਕੇ ਪੂਰਾ ਸ਼ਬਦ ਲਈ ਜਿਹੜਾ ਹੈ ਉਹ ਇੱਕ ਚਿੰਨ੍ਹ ਹੁੰਦਾ ਹੈ। ਦੂਜਾ ਵਰਗ ਉਹਨਾਂ ਲਿਪੀਆਂ ਦਾ ਹੈ ਜਿਨ੍ਹਾਂ ਵਿੱਚ ਅੱਖਰ ਜਾਂ ਵਰਣ ਹਨ, ਜਿਵੇਂ ਕਿ ਰੋਮਨ ਲਿਪੀ ਜਾਂ ਭਾਰਤੀ ਲਿਪੀਆਂ ਆਦਿ ਨੂੰ ਇਸ ਕੈਟਾਗਰੀ ਵਿੱਚ ਰੱਖਿਆ ਜਾ ਸਕਦਾ ਹੈ। ਮਨੁੱਖੀ ਸਭਿਅਤਾ ਜਿਉਂ-ਜਿਉਂ ਵਿਕਾਸ ਕਰਦੀ ਗਈ, ਧਰਤੀ ਦੇ ਵੱਖ-ਵੱਖ ਖਿੱਤਿਆਂ ਤੱਕ ਪਹੁੰਚਦੀ ਗਈ, ਉਹਦੇ ਨਾਲ ਉਹਦੀ ਲਿਪੀ ਦੇ ਸਮਕਾਲ ਦੇ ਵਿੱਚ ਸੇਮ ਰੂਪ ਵੀ ਜਿਹੜੇ ਆ ਉਹਦੇ ਨਾਲ ਚੱਲਦੇ ਰਹੇ ਤੇ ਨਾਲ ਦੀ ਨਾਲ ਆਪਣਾ ਰੂਪ ਬਦਲਦੇ ਵੀ ਰਹੇ। ਇਸ ਤਰੀਕੇ ਨਾਲ ਦੁਨੀਆ ਦੇ ਵੱਖ-ਵੱਖ ਭੂਗੋਲਿਕ ਖਿੱਤਿਆਂ ਦੇ ਵਿੱਚ ਵੱਖ-ਵੱਖ ਲਿਪੀਆਂ ਆਪਣੇ ਰੂਪ ਸਵਾਰਦੀਆਂ ਰਹੀਆਂ ਤੇ ਨਿਖਾਰਦੀਆਂ ਰਹੀਆਂ ਤੇ ਲਗਾਤਾਰ ਬਦਲਦੀਆਂ ਵੀ ਰਹੀਆਂ। ਜਿੱਥੋਂ ਤੱਕ ਭਾਰਤੀ ਲਿਪੀ ਦਾ ਸੰਬੰਧ ਹੈ, ਭਾਰਤੀ ਲਿਪੀਆਂ ਦੇ ਸਭ ਤੋਂ ਪੁਰਾਣੇ ਨਮੂਨੇ ਸਿੰਧੂ ਘਾਟੀ ਵਿੱਚੋਂ ਮਿਲਦੇ ਹਨ। ਸਿੰਧ ਘਾਟੀ ਵਿੱਚੋਂ ਮਿਲੇ ਸੰਕੇਤਾਂ ਤੋਂ ਪਤਾ ਲੱਗਦਾ ਹੈ ਕਿ ਇੱਥੇ ਵਰਤੀ ਜਾਂਦੀ ਲਿਪੀ ਸੱਜਿਓਂ ਖੱਬੇ ਨੂੰ ਲਿਖੀ ਜਾਂਦੀ ਸੀ। ਇਹ ਵੀ ਪਤਾ ਚੱਲਦਾ ਹੈ ਕਿ ਜੇਕਰ ਲਿਪੀ ਸੰਕੇਤ ਦੋ ਸਤਰਾਂ ਦੇ ਹੋਣ ਤਾਂ ਪਹਿਲੀ ਸਤਰ ਸੱਜਿਓਂ ਖੱਬੇ ਨੂੰ ਲਿਖੀ ਜਾਂਦੀ ਸੀ ਤੇ ਦੂਜੀ ਖੱਬੇ ਤੋਂ ਸੱਜੇ ਵੱਲ। ਇਸ ਲਿਪੀ ਵਿੱਚ ਕੋਈ ਦਰਾਵੜ ਭਾਸ਼ਾ ਖੋਜਦਾ ਹੈ ਤੇ ਕੋਈ ਵੈਦਿਕ, ਪਰ ਇਸ ਦਿਸ਼ਾ ਵਿੱਚ ਅਜੇ ਖੋਜ ਕਾਰਜ ਦੀ ਲੋੜ ਹੈ। ਬੁੱਧ ਮੱਤ ਦੇ ਇੱਕ ਉੱਘੇ ਗ੍ਰੰਥ ਵਿੱਚ 64 ਲਿਪੀਆਂ ਦੇ ਨਾਮ ਦਿੱਤੇ ਗਏ ਹਨ। ਇਹਨਾਂ ਵਿੱਚੋਂ ਪਹਿਲਾ ਨਾਮ ਬ੍ਰਹਮੀ ਤੇ ਦੂਸਰਾ ਖਰੋਸਤੀ ਦਾ ਹੈ। ਡਾਕਟਰ ਜੀ.ਵੀ. ਸਿੰਘ ਬ੍ਰਹਮੀ ਨੂੰ ਤੇ ਫਕੀਨੀ ਲਿਪੀ ਨੂੰ ਇੱਕੋ ਸੋਮੇ ਤੋਂ ਨਿਕਲੀਆਂ ਮੰਨਦਾ ਹੈ। ਸਮੇਂ ਦੇ ਬੀਤਣ ਨਾਲ ਬ੍ਰਹਮੀ ਦੇ ਅਨੇਕਾਂ ਰੂਪ ਬਣਦੇ ਗਏ। ਗੁਰਮੁਖੀ ਦਾ ਨਿਕਾਸ ਵੀ ਬ੍ਰਹਮੀ ਲਿਪੀ ਤੋਂ ਹੋਇਆ ਮੰਨਿਆ ਜਾਂਦਾ ਹੈ। ਇੱਥੇ ਅਸੀਂ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਲਿਪੀ ਦਾ ਵਿਕਾਸ ਰੁਕਿਆ ਨਹੀਂ ਹੈ। ਸਾਡੇ ਸਮਕਾਲ ਦੇ ਵਿੱਚ ਧੁਨੀ ਲਿਪੀ ਸਾਡਾ ਅੱਜ ਦਾ ਸਭ ਤੋਂ ਪ੍ਰਚਲਿਤ ਲਿਪੀ ਦਾ ਰੂਪ ਕਿਹਾ ਜਾ ਸਕਦਾ ਤਾਂ ਹੈ ਵੀ, ਪਰ ਇਹ ਲਿਪੀ ਦਾ ਵਿਕਾਸ ਇੱਥੇ ਹੀ ਰੁਕ ਜਾਵੇਗਾ, ਇਹ ਸੰਭਵ ਨਹੀਂ ਹੈ। ਆਉਣ ਵਾਲੇ ਸਮਿਆਂ ਦੇ ਵਿੱਚ ਲਿਪੀ ਆਪਣਾ ਵਿਕਾਸ ਦੇ ਕਿਹੋ ਜਿਹੇ ਰੂਪ ਵਿੱਚ ਸਾਹਮਣੇ ਆਵੇਗੀ, ਇਹਦਾ ਫੈਸਲਾ ਭਵਿੱਖ ਕਰੇਗਾ। ਪਰ ਸਾਡੇ ਸਮਕਾਲ ਤੱਕ ਆਦਿ ਕਾਲ ਤੋਂ ਲੈ ਕੇ ਲਿਪੀ ਦੇ ਵੱਖ-ਵੱਖ ਵਿਕਾਸ ਪੜਾਅ ਜੋ ਰਹੇ ਹਨ, ਉਹ ਅਸੀਂ ਜੋ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਉਹਨਾਂ ਦੇ ਵਿੱਚ ਦੇਖੇ ਜਾ ਸਕਦੇ ਹਨ। ਹੁਣ ਤੱਕ ਲਈ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।